श्री वाहिगुरु साहिब जी। दंडोत बंदन अनक बार, सर्व कला समरथ। डोलन ते राखो प्रभु, नानक दे कर हथ। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। वाहिगुरु साहिब जियो, तेरे कवन कवन गुण कह कह गावां। तू साहिब गुणी निधाना, तुमरी महिमा बरन ना साको। तू ठाकुर ऊच भगवाना। सतनाम श्री वाहिगुरु जी। सलोक महला पहला। कूड़ राजा कूड़ प्रजा, कूड़ सब संसार। कूड़ मंडप कूड़ माड़ी, कूड़ वैसन हार। कूड़ राजा कूड़ प्रजा, कूड़ सब संसार। कूड़ मंडप कूड़ माड़ी, कूड़ वैसन हार। कूड़ सोयना कूड़ रूपा, कूड़ पहनन हार। कूड़ काया कूड़ कपड़, कूड़ रूप अपार। कूड़ मियाँ कूड़ बीबी, खप होए खार। कूड़ कूड़े नेहो लगा, विसरिया करतार। किस नाल कीचै दोस्ती, सब जग चलन हार। कूड़ मीठा कूड़ माख्यो, कूड़ डोबे पूर। नानक वखाणे बेनती, तुद बाज कूड़ो कूड़। कूड़ मीठा कूड़ माख्यो, कूड़ डोबे पूर। नानक वखाणे बेनती, तुद बाज कूड़ो कूड़। वाहिगुरु जी का खालसा, वाहिगुरु जी की फतेह। धन धन सतगुरु श्री गुरु ग्रंथ साहिब महाराज जी की पावन हजूरी विच विराजमान गुरु की साध संगत। सतगुरां दी अपार बख्शिश किरपा सदका सानू सतगुरां दे चरनां विच बैठण दा ये अवसर प्राप्त होया है। सतगुरां दा कोटान कोट शुकराना करिए। अपनियां मनोबिरतियां नूं एकाग्र करके गुर चरनां नाल जोड़िए। आओ सारे एक बारी प्यार नाल आखो सतनाम श्री वाहिगुरू। धन धन सतगुरु श्री गुरु नानक देव महाराज जी की महान बाणी श्री आसा जी की वार दी लड़ीवार विचार जो आप श्रवण कर रहे हो। पिछले हफ्ते तक 9 पौड़ियां की संपूर्णता हुई सी। 9वीं पौड़ी दे विच सतगुरां ने जो बख्शिश की सी कि जिहड़े उस दे भगत ने जो अकाल पुरख नूं हर वेले याद रखते हैं, उस नूं कितने चंगे लगते हैं। अते वो भगत जिहड़े ने उस दे दर दे उत्ते हर वेले उस दी कीर्ति गाउंदे ने, उस दियां वडियाइयां गाउंदे ने। पर महाराज ने फिर ये भी आख्या, जेड़े कर्मां तो विहीन ने, जेड़े उसकी रहमत के पात्र नहीं बनते, उसनूं याद नहीं करते, वो फिर ठोकरां खांदे ने
ਭਟਕਦੇ ਫਿਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਮੈਂ ਇਹੋ ਜਿਹੇ ਭਗਤਾਂ ਦੀ, ਇਹੋ ਜਿਹੇ ਗੁਰਮੁਖ ਜਨਾਂ ਦੀ ਸੰਗਤ ਲੋੜਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਮੈਨੂੰ ਚਿੱਤ ਵਿੱਚ ਆਵੇ। ਅੱਜ 10ਵੀਂ ਪੌੜੀ ਤੋਂ ਪਹਿਲਾਂ ਜੋ 2 ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ, ਪਹਿਲੇ ਸ਼ਲੋਕ ਦਾ ਪਾਠ ਆਪਨੇ ਸਰਵਣ ਕੀਤਾ ਹੈ। ਜਦੋਂ ਆਪਾਂ ਆਸਾ ਦੀ ਵਾਰ ਦਾ ਪਾਠ ਕਰਦੇ ਹਾਂ, ਸੁਣਦੇ ਹਾਂ, ਇਸ ਬਾਣੀ ਨੂੰ ਸਮਝਣ ਦੇ ਵਾਸਤੇ ਥੋੜ੍ਹਾ ਥੱਲੇ ਉਤਰਨ ਦੀ, ਨੀਵੇਂ ਉਤਰਨ ਦੀ ਲੋੜ ਹੈ, ਡੂੰਘਾਈ ਵਿੱਚ ਜਾਣ ਦੀ ਲੋੜ ਹੈ। ਉੱਤੋਂ ਅਸੀਂ ਪੜ੍ਹਾਂਗੇ ਤੇ ਕਈ ਵਾਰੀ ਸਾਨੂੰ ਇਉਂ ਜਾਪੇਗਾ ਕਿ ਪਤਾ ਨਹੀਂ ਸਤਿਗੁਰਾਂ ਨੇ ਕੁਝ ਗੱਲਾਂ ਜਿਹੜੀਆਂ ਨੇ ਇਹੋ ਜਿਹੀਆਂ ਆਖੀਆਂ ਜਿਹੜੀਆਂ ਆਪਸ ਵਿੱਚ ਵਿਰੋਧਾਭਾਸ ਕਰਦੀਆਂ ਨੇ, ਕੰਟਰਾਡਿਕਟਰੀ ਲੱਗਦੀਆਂ ਨੇ। ਆਮ ਮਨੁੱਖ ਜਿਹੜਾ ਕਿ ਅੰਤਰੀਵ ਭਾਵ ਨਹੀਂ ਸਮਝੇਗਾ, ਗੁਰੂ ਸਾਹਿਬ ਕੀ ਸਮਝਾ ਰਹੇ ਨੇ ਉਹ ਨਹੀਂ ਸਮਝੇਗਾ, ਉਹਦੇ ਮਨ ਦੇ ਵਿੱਚ ਕਈ ਵਾਰੀ ਸੰਸ਼ਾ ਉਤਪੰਨ ਹੋ ਸਕਦਾ ਹੈ। ਗੁਰਬਾਣੀ ਦੇ ਵਿੱਚ ਹੋਰ ਵੀ ਕਈ ਜਗ੍ਹਾ ਇਹੋ ਜਿਹੇ ਖਿਆਲ ਮਹਾਰਾਜ ਨੇ ਦਿੱਤੇ ਨੇ, ਪਰ ਅਸਲ ਦੇ ਵਿੱਚ ਇਹਦੇ ਸਮਝਣ ਵਾਸਤੇ ਸਾਨੂੰ ਗੁਰਬਾਣੀ ਦਾ ਹੀ ਸਹਾਰਾ ਲੈਣਾ ਪੈਂਦਾ ਹੈ, ਉੱਥੋਂ ਸਾਨੂੰ ਸਮਝ ਲੱਗਦੀ ਹੈ। ਹੁਣ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਜਿਸ 'ਤੇ ਵਿਚਾਰ ਕੀਤੀ ਹੈ। ਮਹਾਰਾਜ ਕਹਿੰਦੇ ਨੇ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਹੁਣ ਅੱਜ ਮਹਾਰਾਜ ਬਖਸ਼ਿਸ਼ ਕਰਕੇ ਕਹਿ ਰਹੇ ਨੇ ਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਕੀ ਗੱਲ ਹੈ? ਇਸ ਗੱਲ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਵਿੱਚ ਹੋਰ ਵੀ ਮਹਾਰਾਜ ਨੇ ਜਿਵੇਂ ਬਖਸ਼ਿਸ਼ ਕੀਤੀ ਹੈ, ਜਿਵੇਂ ਭਗਤ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਬਖਸ਼ਿਸ਼ ਕਰਕੇ ਕਿਹਾ ਹੈ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਤਾਂ ਹਰੀ ਦਾ ਬਾਗ ਹੈ, ਅਤੇ ਇਸ ਦੇ ਵਿੱਚ ਜਿਹੜੇ ਜੀਵ ਨੇ ਇਸ ਤਰ੍ਹਾਂ ਖੇਡ ਰਹੇ ਨੇ ਜਿਵੇਂ ਹਰੜ ਦੀਆਂ ਟਿੰਡਾਂ ਦੇ ਵਿੱਚ ਪਾਣੀ ਹਿੱਲਦਾ ਹੈ, ਖੇਡਦਾ ਹੈ, ਨੱਚਦਾ ਹੈ। ਪਰ ਕਿਧਰੇ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਨੇ ਮਹਾਂ ਅਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਕਹਿੰਦੇ ਨੇ ਇਹ ਸੰਸਾਰ ਤੇ ਬੜਾ ਭਿਆਨਕ ਜੰਗਲ ਹੈ। ਇਹ ਸੰਸਾਰ ਜਿਹੜਾ ਹੈ ਝੂਠ ਹੈ। ਕਿਵੇਂ ਸਮਝ ਲੱਗੇ? ਮਹਾਰਾਜ ਕਹਿੰਦੇ ਨੇ ਤਿਤ ਸਰਵਰੜੇ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗਨੀ ਚਾਲੇ, ਹਮ ਦੇਖਾਂ ਤਾਂ ਡੂਬੀ ਵਾਲੇ। ਕਹਿੰਦੇ ਇਹ ਸੰਸਾਰ ਤਾਂ ਤ੍ਰਿਸ਼ਨਾ ਦੀ ਅਗਨ ਨਾਲ ਭਰਿਆ ਹੋਇਆ ਹੈ, ਮੋਹ ਦੀ ਕਿੱਚੜ ਨਾਲ ਭਰਿਆ ਹੋਇਆ ਹੈ, ਅਤੇ ਇਸ ਦੇ ਵਿੱਚ ਮੈਂ ਦੇਖ ਰਿਹਾ ਹਾਂ ਲੋਕੀ ਡੁੱਬ ਰਹੇ ਨੇ। ਇਸ ਮੋਹ ਦੇ ਕਿੱਚੜ ਦੇ ਵਿੱਚ ਚਲਿਆ ਨਹੀਂ ਜਾ ਰਿਹਾ ਲੋਕਾਂ ਕੋਲੋਂ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਹਿੰਦੇ ਨੇ ਨਹੀਂ, ਐਸੀ ਗੱਲ ਨਹੀਂ। ਨਦੀ ਤਰੰਦਰੀ ਮੈਡਾ ਖੋਜ ਨਾ ਖੁੰਬੈ, ਮਜ ਮੁਹੱਬਤ ਤੇਰੀ, ਤੋ ਸਹਿ ਚਰਨੀ ਮੈਡਾ ਹੀੜਾ, ਸੀਤਮ ਹਰ ਨਾਨਕ ਤੁਲਹਾ ਬੇੜੀ। ਮਹਾਰਾਜ ਕਹਿੰਦੇ ਨੇ ਮੈਂ ਤੇ ਇਹ ਜਿਹੜਾ ਸੰਸਾਰ ਰੂਪੀ ਨਦੀ ਹੈ ਇਹਦੇ ਵਿੱਚ ਆਰਾਮ ਨਾਲ ਚੱਲ ਰਿਹਾ ਹਾਂ, ਮੇਰੇ ਪੈਰ ਕਿਧਰੇ ਨਹੀਂ ਖੁੱਪਦੇ। ਕਿਉਂ? ਕਿਉਂਕਿ ਮੇਰੀ ਮੁਹੱਬਤ ਜਿਹੜੀ ਹੈ, ਮੇਰਾ ਪਿਆਰ ਜਿਹੜਾ ਹੈ ਉਹ ਸਕਾਲ ਪੁਰਖ ਨਾਲ ਹੈ, ਅਤੇ ਉਸ ਦਾ ਨਾਮ ਜਿਹੜਾ ਹੈ ਉਹੀ ਮੇਰਾ ਤੁਲਹਾ, ਉਹੀ ਮੇਰੀ ਬੇੜੀ ਹੈ, ਉਹੀ ਮੇਰੇ ਚੱਪੂ ਨੇ, ਉਹੀ ਮੇਰਾ ਜਹਾਜ਼ ਹੈ। ਉਹ ਮੈਨੂੰ ਇਸ ਤੋਂ ਪਾਰ ਲੈ ਜਾ ਰਿਹਾ ਹੈ। ਸੋ ਦੇਖੀਏ, ਉੱਤੋਂ ਦੇਖਣ ਨਾਲ ਤੇ ਲੱਗਦਾ ਹੈ, ਪਰ ਇਹ ਗੱਲ ਸਪਸ਼ਟ ਹੋ ਗਈ ਕਿ ਜਿਸ ਬੰਦੇ ਨੂੰ, ਜਿਸ ਮਨੁੱਖ ਨੂੰ ਪਰਮਾਤਮਾ ਵਿਸਰ ਗਿਆ, ਵਾਹਿਗੁਰੂ ਵਿਸਰ ਗਿਆ, ਉਸ ਦੇ ਵਾਸਤੇ ਤੇ ਸੰਸਾਰ ਵਾਕਈ 'ਚ ਭਿਆਨਕ ਜੰਗਲ ਹੈ। ਉਸ ਦੇ ਵਾਸਤੇ ਇੱਥੇ ਉਸ ਨੂੰ ਕੋਈ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਭਾਵੇਂ ਮਨੁੱਖ ਨੂੰ ਲੱਗਦਾ ਹੋਵੇ ਕਿ ਜਿਹੜੇ ਸੰਸਾਰ ਦੇ ਪਦਾਰਥ ਨੇ ਇਹਨਾਂ ਤੋਂ ਮੈਂ ਸੁੱਖ ਲੈ ਲਾਂਗਾ, ਪਰ ਜੇ ਕੋਈ ਸੁੱਖ ਆਉਂਦਾ ਵੀ ਹੈ ਤਾਂ ਬਹੁਤ ਥੋੜ੍ਹੇ ਸਮੇਂ ਵਾਸਤੇ ਆਉਂਦਾ ਹੈ। ਹਰ ਸੁੱਖ ਦੇ ਪਿੱਛੇ ਦੁੱਖ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਬਿਨਸਨਹਾਰ ਹੈ, ਹਰ ਚੀਜ਼ ਨੇ ਬਿਨਸ ਜਾਣਾ ਹੈ, ਅਤੇ ਜਿਹੜੀ ਚੀਜ਼ ਬਿਨਸ ਜਾਏਗੀ, ਮੁੱਕ ਜਾਏਗੀ, ਖਤਮ ਹੋ ਜਾਏਗੀ, ਉਹ ਸੱਚ ਨਹੀਂ।
पर फिर महाराज ये सच्चे तेरे खंड सच्चे ब्रह्मंड किवें हो गए, जिवें आपां पिछे विचार कीती सी। ਇਹ ਸਲੋਕ ਦੀਆਂ ਜਿਹੜੀਆਂ ਅੰਤਲੀਆਂ ਤੁਕਾਂ ਨੇ ਉਹਨਾਂ ਨੂੰ ਜੇ ਅਸੀਂ ਪੜ੍ਹਾਂਗੇ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਨਾਨਕ ਬਖਾਣੈ ਬੇਨਤੀ ਤੁਧਬਾਜ ਕੂੜੋ ਕੂੜ। ਮਹਾਰਾਜ ਕਹਿੰਦੇ ਨੇ ਕਿ ਤੁਝਬਾਜ, ਤੇਰੇ ਤੋਂ ਬਿਨਾਂ ਸਾਰਾ ਕੁਝ ਝੂਠਾ ਹੈ। ਹੁਣ ਜਦੋਂ ਇਹ ਸਲੋਕ ਦੇ ਅਰਥ ਕਰੀਏ, ਹਰ ਪੰਕਤੀ ਦੇ ਨਾਲ ਆਪਾਂ ਤੁਝਬਾਜ ਲਾ ਕੇ ਵੇਖੀਏ, ਤੇਰੇ ਤੋਂ ਬਿਨਾਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਅਸਲ ਦੇ ਵਿੱਚ ਇਹ ਜੋ ਸ੍ਰਿਸ਼ਟੀ ਦੀ ਰਚਨਾ ਉਸ ਅਕਾਲ ਪੁਰਖ ਨੇ ਰਚੀ ਹੈ, ਇਹ ਸ੍ਰਿਸ਼ਟੀ ਦੇ ਵਿੱਚ ਉਹ ਆਪ ਬੈਠਾ ਹੈ, ਆਪ ਵਿਦਵਾਨ ਹੈ। ਕਰ ਆਸਣ ਡਿੱਠੋ ਚਾਓ, ਮਹਾਰਾਜ ਨੇ ਆਰੰਭ ਦੇ ਵਿੱਚ ਆਖਿਆ ਸੀਗਾ। ਸਾਰਾ ਕੁਝ ਉਸ ਦੀ ਰਚਨਾ ਹੈ, ਹਰ ਜਗ੍ਹਾ ਉਹ ਆਪ ਵਿਰਾਜ ਰਿਹਾ ਹੈ, ਕਿਉਂਕਿ ਉਹ ਅਕਾਲ ਪੁਰਖ ਜਿਹੜਾ ਆਪ ਹੈ ਕਦੇ ਬਿਨਸਨਹਾਰ ਨਹੀਂ, ਕਦੇ ਉਹ ਖਤਮ ਨਹੀਂ ਹੋ ਸਕਦਾ, ਉਹ ਅਟਲ ਹੈ ਹਮੇਸ਼ਾ ਵਾਸਤੇ। ਇਸ ਕਰਕੇ ਜਦੋਂ ਤੱਕ ਸਾਨੂੰ ਸ੍ਰਿਸ਼ਟੀ ਦੇ ਵਿੱਚ ਉਸ ਅਕਾਲ ਪੁਰਖ ਦਾ ਭਾਨ ਹੋ ਰਿਹਾ ਹੈ, ਉਸ ਅਕਾਲ ਪੁਰਖ ਦੀ ਸਮਝ ਲੱਗ ਰਹੀ ਹੈ, ਉਸ ਸਮੇਂ ਤੱਕ ਉਹ ਸ੍ਰਿਸ਼ਟੀ ਵੀ ਸੱਚ ਹੈ, ਕਿਉਂਕਿ ਉਹ ਆਪ ਸੱਚ ਹੈ। ਅਤੇ ਜਿਸ ਵੇਲੇ ਸਾਨੂੰ ਇਹ ਲੱਗਦਾ ਹੈ ਕਿ ਕਿੱਥੇ ਹੈ ਪਰਮਾਤਮਾ, ਕੌਣ ਹੈ ਪਰਮਾਤਮਾ, ਉਸ ਵੇਲੇ ਮਹਾਰਾਜ ਕਹਿੰਦੇ ਨੇ ਫਿਰ ਸੰਸਾਰ ਦੇ ਵਿੱਚ ਜਿਤਨਾ ਕੁਝ ਵੀ ਹੈ ਉਹ ਸਾਰਾ ਕੂੜ ਹੈ, ਸਾਰਾ ਝੂਠ ਹੈ। ਤੁਝਬਾਜ ਕੂੜੋ ਕੂੜ, ਤੇਰੇ ਤੋਂ ਬਿਨਾਂ ਸਾਰਾ ਕੁਝ ਹੀ ਝੂਠ ਹੈ, ਸਾਰਾ ਕੁਝ ਹੀ ਕੂੜ ਹੈ। ਮਹਾਰਾਜ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕਹਿੰਦੇ ਨੇ ਰਾਜੇ ਜਿਹੜੇ ਨੇ, ਜਿਹੜੇ ਕਿ ਧਰਮ ਦਾ ਰਾਜ ਨਹੀਂ ਕਰਦੇ, ਪਰਮਾਤਮਾ ਨੂੰ ਵਿਸਾਰ ਕੇ ਹੰਕਾਰ ਦੇ ਵਿੱਚ ਲੋਕਾਂ 'ਤੇ ਜ਼ੁਲਮ ਕਰਦੇ ਨੇ, ਮੁੱਕ ਜਾਂਦੇ ਨੇ, ਉਹ ਵੀ ਝੂਠੇ ਹੀ ਨੇ, ਕੂੜ ਹੀ ਨੇ। ਅਤੇ ਇਸ ਤਰੀਕੇ ਦੇ ਨਾਲ ਸੰਸਾਰ ਵਿੱਚ ਜਿਸ ਤਰ੍ਹਾਂ ਵੀ ਇਤਨੀ ਰਚਨਾ ਹੈ, ਜੋ ਵੀ ਜੀਵ ਉਸ ਅਕਾਲ ਪੁਰਖ ਤੋਂ ਮੁਨਕਰ ਨੇ, ਉਸ ਦੀ ਹੋਂਦ ਨੂੰ ਨਹੀਂ ਮੰਨਦੇ, ਮਹਾਰਾਜ ਕਹਿੰਦੇ ਉਹਨਾਂ ਵਾਸਤੇ ਇਹ ਸਾਰਾ ਸੰਸਾਰ ਹੀ ਕੂੜ ਹੈ, ਸਾਰਾ ਸੰਸਾਰ ਹੀ ਝੂਠਾ ਹੈ। ਹੁਣ ਦੇਖੋ ਕਿਤਨੇ ਕਿਤਨੇ ਵੱਡੇ ਰਾਜੇ ਹੋਏ ਨੇ ਜਿਨ੍ਹਾਂ ਦੀ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਜ਼ਿਕਰ ਕੀਤਾ ਹੈ, ਲਿਖਿਆ ਹੈ, ਪਰ ਅੱਜ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਾਂ ਮੇਰੀ ਮੇਰੀ ਕਹਿ ਰਹੋ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਤਲੇ ਤਾਂ ਦੇਹੀ ਗਜਨ ਖਾਈ। 12 ਜੋਜਨ ਕਹਿੰਦੇ ਨੇ 48 ਕੋਹ ਦੇ ਬਰਾਬਰ ਹੁੰਦੇ ਨੇ। ਇੱਕ ਜੋਜਨ 4 ਕੋਹ ਦੇ ਬਰਾਬਰ ਹੁੰਦਾ ਹੈ, 6 ਮੀਲ ਦੇ ਬਰਾਬਰ ਹੁੰਦਾ ਹੈ। ਕਹਿੰਦੇ ਨੇ ਜਦੋਂ ਦੁਰਯੋਧਨ ਚੱਲਦਾ ਸੀ, ਇਤਨੀ ਦੂਰ ਤੱਕ ਉਸ ਦੇ ਉੱਤੇ ਛੱਤਰ ਝੁੱਲਦੇ ਸਨ, ਪਰ ਅਖੀਰ ਦੇ ਵਿੱਚ ਉਸ ਦੀ ਜਿਹੜੀ ਦੇਹੀ ਸੀ, ਉਸ ਨੂੰ ਕੋਈ ਚੰਗਾ ਅੰਤਿਮ ਸੰਸਕਾਰ ਵੀ ਪ੍ਰਾਪਤ ਨਹੀਂ ਹੋਇਆ, ਗਿਰਜਾ ਨੇ ਉਸ ਦੀ ਦੇਹੀ ਨੂੰ ਖਾਧਾ। ਇਸੇ ਵਾਸਤੇ ਮਹਾਰਾਜ ਕਹਿੰਦੇ ਨੇ ਜਦੋਂ ਮਨੁੱਖ ਹੰਕਾਰ ਵਸ ਹੋ ਕੇ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ, ਉਹ ਫਿਰ ਪਰਮਾਤਮਾ ਦੀ ਹੋਣ ਤੋਂ ਮੁਨਕਰ ਹੋ ਜਾਂਦਾ ਹੈ, ਪਰਮਾਤਮਾ ਨੂੰ ਉਹ ਭੁੱਲ ਜਾਂਦਾ ਹੈ। ਮਹਾਰਾਜ ਬਖਸ਼ਿਸ਼ ਕਰਕੇ ਅਗਲੀ ਪੰਕਤੀ ਵਿੱਚ ਆਖ ਰਹੇ ਨੇ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਵੱਡੇ ਵੱਡੇ ਮੰਡਪ ਜਿਹੜੇ ਸਜਾਏ ਜਾਂਦੇ ਨੇ, ਵੱਡੀਆਂ ਵੱਡੀਆਂ ਮਹਿਲ ਮਾੜੀਆਂ, ਜਿਨ੍ਹਾਂ ਨੂੰ ਲੋਕੀ ਸਮਝਦੇ ਨੇ ਕਿ ਸ਼ਾਇਦ ਅਸੀਂ ਸਾਰੀ ਉਮਰ ਇਹਨਾਂ ਵਿੱਚ ਰਹਿਣਾ ਹੈ, ਪਰ ਸਮੇਂ ਦੇ ਅਨੁਸਾਰ ਉਹ ਵੀ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਕੋਈ ਉਹਨਾਂ ਨੂੰ ਯਾਦ ਹੀ ਨਹੀਂ ਰੱਖਦਾ। ਕਿਤਨੇ ਵੱਡੇ ਵੱਡੇ ਲੋਕਾਂ ਦੇ ਘਰ ਹੁੰਦੇ ਨੇ, ਪਰ ਕੋਈ ਕੁਝ ਟਾਈਮ ਦੇ ਬਾਅਦ ਸਾਰਿਆਂ ਨੂੰ ਭੁੱਲ ਜਾਂਦਾ ਹੈ, ਕੋਈ ਯਾਦ ਨਹੀਂ ਰੱਖਦਾ। ਕਿਤਨੇ ਰਾਜੇ ਇਸ ਧਰਤੀ 'ਤੇ ਹੋ ਗਏ ਨੇ ਜਿਨ੍ਹਾਂ ਨੇ ਵੱਡੇ ਵੱਡੇ ਮਹਿਲ ਉਸਾਰੇ ਨੇ, ਪਰ ਮਹਾਰਾਜ ਕਹਿੰਦੇ ਨੇ ਸਾਰੇ ਕੁਝ ਮੁੱਕ ਗਿਆ, ਖਤਮ ਹੋ ਗਿਆ, ਸਭ ਕੁਝ ਬਿਨਸ ਗਿਆ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਹੁਣ ਮਨੁੱਖ ਬੜੇ ਸ਼ੌਕ ਦੇ ਨਾਲ ਸੋਨੇ ਦੇ ਚਾਂਦੀ ਦੇ ਗਹਿਣੇ ਪਾਉਂਦਾ ਹੈ, ਉਸ ਨੂੰ ਬੜਾ ਚੰਗਾ ਲੱਗਦਾ ਹੈ ਸੋਨਾ ਅਤੇ ਚਾਂਦੀ। ਦੁਨੀਆ ਵਿੱਚ ਦਿਖਾਉਣ ਦੇ ਵਾਸਤੇ ਮਨੁੱਖ ਵਧੀਆ ਤੋਂ ਵਧੀਆ ਆਭੂਸ਼ਣ ਪਾਉਂਦਾ ਹੈ,
पर महाराज कहते हैं कि जे तू उस परमात्मा को याद नहीं रखता फिर तेरे ये जोड़े आभूषण ने, जोड़ा सोना है, जोड़ा चांदी है, ये भी सब झूठ ही है, सब बेकार ही है। कूड़ काया कूड़ कपड़ कूड़ रूप अपार। जेड़े शरीर दे विच उस परमात्मा की याद नहीं, उसका नाम नहीं, वो काया जिहड़ी है, वो शरीर जिहड़ा है, वो भी झूठ है। मर तो सारिਆਂ ने ही जाना है, अंत तो सारिਆਂ का ही हुंदा है। पर महाराज कहते हैं कि जिसने जीवदेव जी इस संसार दे विच अपने आप को उस परमात्मा तक पहुँचा लिया, जिस दे हिरदे विच उस अकाल पुरख के नाम का वास हो जाता है, वो फिर अमर हो जाता है। शरीर करके अमर नहीं है, क्योंकि उस अकाल पुरख का रूप ही हो जाता है जो आप अमर है, जो आप सच है। जेड़ा उस परमात्मा विच लीन हो गया, उस अकाल पुरख का रूप हो गया, वो फिर सच ही हो गया, सच का रूप ही हो गया। पर जदों तक उस अकाल पुरख का रूप नहीं हुंदा, उस तक नहीं पुजदा, तो महाराज कहते हैं फिर वो जमदा रहिंदा है, मरदा रहिंदा है, विनसदा रहिंदा है। इस करके वो जिहड़ा शरीर है वो भी झूठा ही है। अते महाराज कहते हैं कि कूड़ रूप अपार। बहुत ही सुंदरता है किसी कोल, सुंदरता का भी मान है, हंकार है, अते परमात्मा की याद नहीं, मन दे विच निम्रता नहीं। उस हंकार दे करके मनुख अपने सुहापन दे करके किसी ने कुछ समझदा ही नहीं। तो महाराज कहते हैं ऐसा रूप भी बेकार ही है। बाबा फरीद जी ने बड़ा सोहना एक उदाहरण दिता है बाणी दे विच। कहते ने एक स्त्री जिसके नेत्र जड़े थे, नैन जड़े सन बड़े सुंदर सन, अखां बड़ियां सोहणियां सन। लोकी उसकी अखां की तुलना हिरनी नाल करिया करते सन, अते उसनूं अपने रूप के उत्ते बड़ा माण सी। पर देखिया एक दिन मौत हो गई, शरीर कबर दे विच दफना दिता गया, खोपड़ी किसे करके बाहर आ गई। उस खोपड़ी दे विच कहंदे एक दिन लंघिया होया मैं देखा जिहड़ियां अखां की थां सी जिथे इन्ने सुंदर नेत्र सन, खोपड़ी दे उन्हां खड्डियां दे विच पक्षियां ने अंडे दिते हुए ने, उत्थे अपना घोंसला बनाया होया है। तो बाबा जी ने बाणी दे विच फिर ये गल लिख दी। बाबा जी कहते हैं फरीदर जिन लोयन जग मोया, से लोयन मैं डिठ, कज्जल रेख ना सहंदियां, से पंखी सोए बहिठ। कहते जिहड़ियां अखां दे विच जिहड़ी कज्जल हुंदा है, सुरमा हुंदा है, थोड़ा जिहा मोटा हो जाए, उसकी रेखा जिहड़ी सीगी उसकी तारी भी नहीं सहन हुंदी सी। इन्नियां कोमल अखां सन जिन्हां नूं संसार वेख वेख के तारीफ करदा सी। कहंदे ने अज उन्हां अखां की थां दे उत्ते पक्षियां ने आंडे दिते हुए ने। रूप जिहड़ा सी बिनस गया, और रूप जिहड़ा सी मुक गया, खत्म हो गया। इस करके महाराज कहंदे ने इहो जिहा रूप जिहड़ा है ये भी झूठ है, कूड़ है। कूड़ मियाँ कूड़ बीबी खप होए खार। संसार के जिहड़े रिश्ते ने इन्हां दे विच पति ते पत्नी का रिश्ता बड़ा नज़दीक का रिश्ता मनिया जाता है। महाराज कहते हैं पर इस रिश्ते दे विच जे धर्म नहीं, जे उस अकाल पुरख की याद नहीं, जे उस रब्बी गुणा का समावेश नहीं, वो गुण दे विच नहीं हैं, वो रिश्ता भी फिर भार ही बन जाता है। खिज खिज के जीवन बतीत होंदा है, खप जाते हैं, अते अखीर दे विच फिर खुआर ही होंदे ने। अते जिथे प्रेम है उस अकाल पुरख दे नाल, जिथे उसदी इबादत है, जिथे उसदी याद है, महाराज कहते हैं उत्थे तो फिर वो घर जिहड़ा है घर ही धर्मसाल बन जाता है। उत्थे वो अकाल पुरख जिहड़ा है आप निवास करता है। अते इहो जिहे जिहड़े पति पत्नी ने वो एक सच का रूप हो जाते हैं, वो फिर झूठ नहीं रहंदे। कूड़ कूड़ नेहो लगा विसरिया करतार। हुण महाराज कहते हैं कि मनुख जदों आप झूठा हो जाता है हंकार दे विच, फिर उसका प्रेम जिहड़ा है, प्यार जिहड़ा है, वो भी झूठियां वस्तुआं नाल ही पै जाता है।
ਜਿਹੜੀਆਂ ਸੰਸਾਰ ਦੇ ਪਦਾਰਥ ਨੇ, ਜਿਨ੍ਹਾਂ ਦੇ ਕਰਕੇ ਮਨੁੱਖ ਲੱਗਾ ਰਹਿੰਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ, ਮੈਨੂੰ ਇਹ ਵੀ ਮਿਲ ਜਾਏ, ਮੈਨੂੰ ਇਹ ਵੀ ਮਿਲ ਜਾਏ, ਪਰ ਅਖੀਰ ਦੇ ਵਿੱਚ ਉਹਨਾਂ ਤੋਂ ਸੁੱਖ ਤੇ ਪ੍ਰਾਪਤ ਹੁੰਦਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਸੁੱਖ ਕਿਵੇਂ ਪ੍ਰਾਪਤ ਹੋਏਗਾ, ਕਿਉਂਕਿ ਆਪ ਵੀ ਕੂੜ ਹੈ, ਆਪ ਵੀ ਝੂਠ ਹੈ। ਇਹ ਵਸਤੂਆਂ ਜਿਹੜੀਆਂ ਨੇ ਇਹ ਵੀ ਝੂਠ ਹੀ ਨੇ, ਕਿਉਂਕਿ ਕੁਝ ਸਮੇਂ ਦੇ ਬਾਅਦ ਇਹਨਾਂ ਨੇ ਵੀ ਖਤਮ ਹੋ ਜਾਣਾ ਹੈ, ਇਹਨਾਂ ਨੇ ਵੀ ਮੁੱਕ ਜਾਣਾ ਹੈ। ਪਰ ਗੱਲ ਇਹ ਹੈ, ਝੂਠ ਇਸ ਕਰਕੇ ਹੈ ਸਾਰਾ ਕੁਝ। ਮਹਾਰਾਜ ਕਹਿੰਦੇ ਨੇ ਵਿਸਰਿਆ ਕਰਤਾਰ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ, ਉਹ ਮਨੁੱਖ ਨੂੰ ਇਹਨਾਂ ਪਦਾਰਥਾਂ ਦੇ ਲੋਭ ਦੇ ਵਿੱਚ, ਇਹਨਾਂ ਪਦਾਰਥਾਂ ਦੇ ਲਾਲਚ ਦੇ ਵਿੱਚ ਉਹ ਅਕਾਲ ਪੁਰਖ ਜਿਹੜਾ ਹੈ ਵਿਸਰ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾ। ਜਦੋਂ ਮਨੁੱਖ ਨੂੰ ਦਾਤ ਪਿਆਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਸੰਸਾਰ ਦੇ ਪਦਾਰਥ ਪਿਆਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਉਹ ਅਕਾਲ ਪੁਰਖ ਭੁੱਲ ਜਾਂਦਾ ਹੈ। ਪਰ ਗੁਰਮਤਿ ਦੇ ਵਿੱਚ ਗੁਰਸਿੱਖਾਂ ਵਾਸਤੇ ਮਹਾਰਾਜ ਨੇ ਬੜਾ ਸੋਹਣਾ ਮਾਰਗ ਦੱਸਿਆ ਹੈ। ਮਹਾਰਾਜ ਕਹਿੰਦੇ ਨੇ ਕਿ ਜੇ ਤੈਨੂੰ ਉਸ ਦੀ ਯਾਦ ਬਣੀ ਹੋਈ ਹੈ, ਜੇ ਤੇਰੇ ਮਨ ਦੇ ਵਿੱਚ ਉਸ ਦਾ ਨਾਮ ਟਿਕਿਆ ਹੋਇਆ ਹੈ, ਫਿਰ ਇਹ ਸੰਸਾਰ ਦੀਆਂ ਦਾਤਾਂ ਵੀ ਤੈਨੂੰ ਠੀਕ ਨੇ। ਜੇ ਤੈਨੂੰ ਇਸ ਰੱਬ ਨੂੰ ਨਹੀਂ ਭੁਲਾਉਂਦੀਆਂ ਤੇ ਫਿਰ ਇਹ ਮਹਿਲ ਮੰਡਪ ਮਾੜੀਆਂ, ਇਹ ਸੋਨਾ ਚਾਂਦੀ ਜਿਹੜਾ ਹੈ, ਇਹ ਵੀ ਕੋਈ ਬੁਰਾ ਨਹੀਂ ਹੈ। ਵਰਜਿਆ ਨਹੀਂ ਸਾਨੂੰ ਮਹਾਰਾਜ ਨੇ ਇਹਨਾਂ ਚੀਜ਼ਾਂ ਤੋਂ, ਪਰ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼੍ਰੀ ਰਾਗ ਦਾ ਇੱਕ ਸ਼ਬਦ ਜਿਹੜਾ ਹੈ, ਬੜੀ ਸੁੰਦਰ ਵਿਆਖਿਆ ਕਰਦਾ ਹੈ ਇਸ ਚੀਜ਼ ਦੀ। ਮਹਾਰਾਜ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੁਰ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਹੋ। ਕਹਿੰਦੇ ਨੇ ਮੋਤੀਆਂ ਨਾਲ ਜੜੇ ਹੋਏ ਮੰਦਰ ਹੋਣ, ਮਹਿਲ ਹੋਣ, ਰਤਨਾਂ ਨਾਲ ਜੜੇ ਹੋਣ, ਸੁਗੰਧੀਆਂ ਦੇ ਨਾਲ, ਚੰਦਨ ਦੇ ਨਾਲ, ਕਸਤੂਰੀ ਦੇ ਨਾਲ ਉਹਨਾਂ ਨੂੰ ਲਿਪਿਆ ਹੋਵੇ। ਮਹਾਰਾਜ ਕਹਿੰਦੇ ਨੇ ਇੱਥੇ ਰਹਿੰਦਿਆਂ ਹੋਇਆਂ ਜੇ ਤੈਨੂੰ ਪਰਮਾਤਮਾ ਯਾਦ ਹੈ ਤੇ ਠੀਕ ਹੈ, ਪਰ ਜੇ ਤੈਨੂੰ ਅਕਾਲ ਪੁਰਖ ਭੁੱਲ ਗਿਆ, ਤੇਰਾ ਨਾਮ ਉਹਦੇ ਚਿੱਤ ਵਿੱਚ ਨਹੀਂ ਆਇਆ, ਫਿਰ ਸਾਰਾ ਕੁਝ ਵਿਅਰਥ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਠਾਉ। ਇਹ ਰਾਹੋ ਦੀ ਪੰਕਤੀ ਹੈ। ਮਹਾਰਾਜ ਅੱਗੇ ਕਹਿੰਦੇ ਨੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖਮਣੀ ਸੋ ਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨ ਆਵੇ ਨਾ ਹੋ। ਕਹਿੰਦੇ ਭਾਵੇਂ ਤੇਰੇ ਪਲੰਗ ਜਿਹੜੇ ਨੇ, ਤੇਰੀ ਧਰਤੀ ਜਿਹੜੀ ਹੈ ਜਿੱਥੇ ਤੂੰ ਬੈਠਾ ਹੈ, ਹੀਰਿਆਂ ਦੇ ਨਾਲ, ਜਵਾਹਰਾਤਾਂ ਦੇ ਨਾਲ, ਲਾਲਾਂ ਦੇ ਨਾਲ ਜੜੀ ਹੋਵੇ, ਤੇਰਾ ਪਲੰਗ ਵੀ ਕੀਮਤੀ ਰਤਨਾਂ ਦੇ ਨਾਲ ਜੜਿਆ ਹੋਵੇ, ਅਤੇ ਤੇਰੇ ਕੋਲ ਸੁੱਖ ਦੇਣ ਵਾਸਤੇ ਅਤੀ ਸੁੰਦਰ ਮਨਮੋਹਕ ਇਸਤਰੀ ਹੋਵੇ, ਸੰਗਣੀ ਹੋਵੇ, ਪਰ ਕਹਿੰਦੇ ਨੇ ਜੇ ਤੈਨੂੰ ਪਰਮਾਤਮਾ ਦਾ ਨਾਂ ਯਾਦ ਹੈ ਤੇ ਸਭ ਮੁਬਾਰਕ ਹੈ, ਪਰ ਜੇ ਉਹ ਭੁੱਲ ਗਿਆ ਤੇ ਫਿਰ ਸਾਰਾ ਕੁਝ ਕੂੜ ਹੈ, ਸਾਰਾ ਕੁਝ ਝੂਠ ਹੈ। ਮਹਾਰਾਜ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾ, ਪੰਜਵੀਂ ਅਸ਼ਟਪਦੀ ਵਿੱਚ, ਜਿਵੇਂ ਆਪਾਂ ਆਰੰਭ ਕਰਦਿਆਂ ਮਿਥਿਆ ਤੰਦਨ ਕੁਟਮ ਸਮਾਇਆ, ਮਿਥਿਆ ਹਉਮੈ ਮਮਤਾ ਮਾਇਆ, ਅਖੀਰ ਵਿੱਚ ਦੋਵੇਂ ਪਦਾਂ ਦੇ ਅਖੀਰ ਮਹਾਰਾਜ ਕਹਿੰਦੇ ਨੇ ਬਿਨ ਬੂਝੇ ਮਿਥਿਆ ਸਭ ਹੈ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਬਿਨਾਂ ਉਸ ਨੂੰ ਯਾਦ ਰੱਖਿਆ, ਬਿਨਾਂ ਉਸ ਨੂੰ ਸਮਝਿਆ, ਮਹਾਰਾਜ ਕਹਿੰਦੇ ਨੇ ਸਾਰਾ ਕੁਝ ਮਿਥਿਆ ਹੈ, ਸਾਰਾ ਕੁਝ ਝੂਠ ਹੈ। ਅਤੇ ਇਹ ਦੇਹ ਜਿਹੜੀ ਹੈ ਸਾਡੀ, ਜਿਹੜਾ ਸਾਡਾ ਸਰੀਰ ਹੈ, ਇਹ ਤਾਂ ਹੀ ਸਫਲਾ ਹੈ ਜੇ ਅਸੀਂ ਉਸ ਨੂੰ ਯਾਦ ਰੱਖਦੇ ਹਾਂ, ਉਸ ਨੂੰ ਵਿਸਰਦੇ ਨਹੀਂ। ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕਹਿੰਦੇ ਦੁਨੀਆ ਤੇ ਸਾਰੀ ਜਾਣ ਵਾਲੀ ਹੈ, ਜੋ ਵੀ ਆਇਆ ਉਸਨੇ ਚੱਲੇ ਹੀ ਜਾਣਾ ਹੈ। ਕਿਸ ਨੂੰ ਆਪਣਾ ਬਣਾਈਏ ਜਿਹੜਾ ਕਿ ਸਾਥ ਦੇ ਸਕੇ। ਹੁਣ ਸਾਥ ਕਿਹੜਾ ਹੈ? ਸੰਸਾਰ ਦਾ ਸਾਥ ਸਾਥ ਹੈ। ਸੰਸਾਰ ਦੇ ਸੰਗੀ ਸਾਥੀ ਰਿਸ਼ਤੇਦਾਰ ਸਾਡੇ ਸਾਥੀ ਨੇ? ਨਹੀਂ, ਇਹਨਾਂ ਦਾ ਸਾਥ ਇਹ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਠੀਕ ਹੈਗੇ ਹਾਂ, ਜਦੋਂ ਤੱਕ ਸਾਡੇ ਕੋਲ ਧਨ ਸੰਪਤਾ ਹੈਗੀ ਹੈ, ਜਦੋਂ ਤੱਕ ਸਾਡੇ ਕੋਲ ਦੌਲਤ ਹੈਗੀ ਹੈ। ਜਿਸ ਵੇਲੇ ਮਨੁੱਖ ਇਕੱਲਾ ਹੋ ਜਾਂਦਾ ਹੈ, ਸੰਗੀ ਸਾਥੀ ਵੀ ਛੱਡ ਜਾਂਦੇ ਨੇ। ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ, ਜਿਨ੍ਹਾਂ ਵਿੱਚ ਪਰਮਾਤਮਾ ਦੇ ਗੁਣਾਂ ਦਾ ਘਾਟ ਹੈ, ਉਹ ਔਖੇ ਵੇਲੇ ਛੱਡ ਕੇ ਚਲੇ ਜਾਂਦੇ ਨੇ।
महाराज धन गुरु नानक देव जी महाराज तो कहते हैं इत्थों तक कि इस्त्री पिता पुत्र भरा सब छड़ जाते हैं, कोई बांह नहीं फड़दा। महाराज का राग तिलंग दे विच शब्द है फारसी दे विच, जन पिसर पदर बिरादरा कसनेश दस्तंगीर आखिर बेअफ्तम कस न दारत चू सबक तकबीर। जन का अर्थ है स्त्री, पिसर पुत्र, पदर पिता, बिरादरा भरा। कहते ने कोई भी जड़ा है आखिरी समय ते हथ नहीं फड़दा कि मैनू चुक लवे आखिरी समय ते। महाराज कहते हैं कि अखीर दे विच जदों मैं डिग जाना हाँ अते मेरे शरीर दे विच सत्या नहीं रहिंदी, उस वेले कोई भी किसी की तकदीर जिहड़ी है, कोई भी जिहड़ा है सहायता करन जोगा नहीं रहिंदा। इस करके इस संसार दे विच कोई इहो जिहा नहीं है जिस दे नाल कि मैं मित्रता पा सकां, जिसनूं कि मैं अपना समझ सकां। अगे महाराज बख्शिश कर रहे हैं, कूड़ मिठा कूड़ मां क्यों कूड़ डोबे पूर। पर महाराज कहते हैं कि ये जिहड़ा झूठ का समान है ना, ये जिहड़ा झूठ है ये मिठा बड़ा है। कितना मिठा है? महाराज कहते हैं कूड़ माखियो, माखियो कहते हैं शहद, शहद तो बहुत मिठा होंदा है। कहते हैं इतना मिठा है कि मनुख जिहड़ा है इस दे नाल लगा ही रहिंदा है। पर यह झूठ ने, इस कूड़ ने महाराज कहते हैं पूरां दे पूर डुबो दिते ने। पूर कहते हैं एक किश्ती दे विच जितने लोग जा रहे हैं उन्हां दा एक पूर हुंदा है। पूरां दे पूर जिहड़े ने इस झूठ ने डुबो दिते ने। मनुख संसारी पदार्थां दे मोह दे विच फस के उन्हां नूं मिठे समझ के उन्हां दे मगर लग्या रहिंदा है अते अखीरला समा आ जाता है, उसनूं पता ही नहीं चलता। अते फिर जिवें महाराज कहते हैं कि डुबदे हुए नज़र आ रहे हैं सारे, वो डुब ही जाता है। सतगुरां ने बड़ी बख्शिश की है साडे उत्ते, थां थां दे उत्ते महाराज ने सानू बांह पकड़ के इस झूठ के पसारे तो बाहर कड्ढण का यतन किया है। पर देखण च आउंदा है अजकल संसार दे विच इस झूठ का पसारा बहुत ज़्यादा वध गया। इन्ना वध गया कि मनुख दे कोल समा ही नहीं है सच नूं जानन दा, सच नूं पछाणन दा, ताकि आप भी सच हो सके। हर वेले असी लगे हुए हाँ झूठ का समान इकट्ठा करन वास्ते, झूठ नूं देखण वास्ते। घरां दे विच ड्रामे चलते ने, टीवियां विच झूठ ही दिखाया जा रहा है सारा कुछ। पर झूठ नाल साडा इन्ना मोह पै गया, असी 3 घंटे टीवी के अगे बैठ तो सकते हाँ, पर असी अद्धा घंटा बैठ के पाठ नहीं कर सकते, पाठ नहीं सुन सकते, क्योंकि मिठा लगता है। झूठ मिठा लग रहा है, शहद वर्गा मिठा लग रहा है। जीवन किवें लंघ गया पता ही नहीं चलता। असी अपने जीवन का कीमती समा किया तो महाराज ने सी कि सास सास सिमरो गोबिंद, मन अंतर की उतरे चिंत। श्वास श्वास उसनूं आराधना है, हर वेले उसनूं याद रखना है ताकि साडा जीवन सफल होवे, असी उस अकाल पुरख दा सच दा रूप हो सकीए। पर असी इस झूठ के भंवर विच फस गए हाँ। इस झूठ ने सानू इन्ना घेर लिया है कि सानू वो वाहिगुरू अकाल पुरख याद ही नहीं आउंदा, सानू गुरु चेते ही नहीं आउंदा। सत्संगत विच आउण दा, गुरुद्वारे आउण दा, कथा कीर्तन सुनन दा, नित नेम करन दा यही लाभ है कि असी इस झूठ तो बाहर निकल सकीए, सानू अकाल पुरख वाहिगुरू याद आवे। महाराज ने ताई तो क्या है रोज़ नित नेम करना है, रोज़ सिमरन करना है, क्योंकि असी तो खिन खिन भुल्लण हार हाँ, मिनट विच असी भुल जाने हाँ। गुरुद्वारे बैठे हाँ, कथा सुन रहे हाँ, मन भी विचार आएगा कि नहीं कल तो कोई जीवन में तब्दीली लियावनी है, जीवन दे विच परमात्मा के नाम नूं लैके आवना है, सिमरन नूं लैके आवना है। यतन भी करते हाँ, सारिਆਂ नाल ही हुंदा है, पर साथ साथ जपना तो बहुत मुश्किल है, 2 घड़ी भी नहीं जपिया जाता। जे असी अपना रूटीन इहो जिहा बना लईए, अपने रुझेविਆਂ विचों टाइम जरूर कढ़ीए, क्योंकि सब तो जरूरी काम तो यही है, बाकी सब कुछ तो इत्थे ही छड़ जाना है। अमृत वेले जे उठ सकीए, नितनेम कर सकीए, सिमरन कर सकीए, भावें थोड़े तो आरंभ होवे, किधरे जा रहे हाँ खाली समा है, रस्ते दे विच सिमरन कर सकीए, वाहिगुरू का नाम जप सकीए। जिस वेले भी समा मिले
लगे कि हाँ हुण थोड़ा जिहा मन खाली है, मन नूं उस पासे जोड़न दा यतन कर सकीए तां साडे जीवन विच तब्दीली आ सकदी है। उस तो पहलां जरूरी है अपने मन नूं मनाउणा कि हे मना, जो कुछ तू कर रहा है ये तेरा जीवन नहीं है। तू किस काम वास्ते आया है इस संसार दे विच, अकाल पुरख ने तैनूं किस वास्ते भेजिया है, ये समझना जरूरी है। जदों मन मन गया तो फिर परमात्मा नूं जानना आसानी है। कहो कबीर मन मानिया तो हर जानिया। जदों असीं परमात्मा नूं जान लवांगे, मन नूं मना लवांगे तो फिर साडे जीवन में चेंज जरूर आएगा। नहीं तो फिर असीं भुल ही जाने हाँ, गुरुद्वारे तो बाहर जाके भुल जाने हाँ, थोड़ी देर सिमरन करते हाँ फिर भुल जाने हाँ। यतन करिए इसनूं अपनी आदत बना लईए, क्योंकि आदत जदों पक जाती है ना फिर वो आसानी नाल छुटदी नहीं। संसारी आदतां ते सानूं बहुत छेती पै जांदियां ने। असी कोई भैड़ी आदत पै जाए उसनूं असी मुड़ मुड़ के दोहराउने हाँ, क्योंकि आदत पै गई, उसनूं छुड़ाउणा बहुत औखा है। कोई शराब दा आदी है, उस तो शराब छुड़ाउणी बहुत औखी है। कितने इलाज करो कुछ करो, नशा छुड़ाउणा बहुत औखा है, क्योंकि आदत बन गई। पर जे किधरे नाम की आदत पै जाए, सिमरन की आदत पै जाए, सत्संगत की आदत पै जाए, वो कितनी चंगी है। फिर सानू यतन ही ना करना पवे, आप ही साडा मन उधर लगा रहे, आप ही असी संसारक वस्तुओं तो, संसार के कूड़ तो बचे रह सकीए। महाराज अखीर विच बख्शिश कर रहे ने, नानक वखाणे बेनती तुद बाज कूड़ो कूड़। महाराज कहते हैं कि मैं तो बेनती करके यही कह रहा हाँ कि हे अकाल पुरख, तेरे तो बिना, तेरे नाम तो बिना, तेरे प्रेम तो बिना जो कुछ भी है वो सारा कूड़ ही है, सारा झूठ ही है। सतगुरां ने बेअंत बख्शिश की है, किरपा की है, सानू जगाण का यतन किया है। असी मोह माया की निंदर भी सुते हुए हाँ, पदार्थां की निंदर भी सुते हुए हाँ। सतगुरु सानू हलूणा दिंदे ने, सानू जगाण का यतन करते हैं। असी अरदास करिए महाराज के चरणों में, सतगुरु असी तो खिन खिन भुल जाने हाँ। आप ही बख्शिश करो, आप ही मेहर दा हत्थ साडे सिर ते रखो, ताकि असी गुरबाणी नूं याद कर सकीए, गुरु नूं याद कर सकीए, उस अकाल पुरख नूं याद कर सकीए जिसने कि सारा कुछ सानू दिता है, जो सारा कुछ सानू दे रहा है। सुखां की कोई घाट नहीं है, पर जदों मनुख उस अकाल पुरख नूं विसर जाता है तां ही दुख आउंदे ने। दुख तदे जां विसर जाए। सो महाराज के चरणों में अरदास करनी है, सतगुरु बख्शिश करो, किरपा करो, अपने चरणों की प्रीत बख्शो। साड़ी जिहड़ी अवस्था है, इस अवस्था तो सानू बाहर कढ़ के सानू उस अवस्था विच लै जाओ जिथे उस अकाल पुरख दे वास्ते साडे मन दे विच प्रीत पैदा होवे, प्रेम पैदा होवे, साडे मन दे विच उस नूं मिलण दी तांग पैदा होवे, ताकि असी यतन कर सकीए। यही अरदास गुरु चरणों विच करनी है। सतगुरु बख्शिश करन, किरपा करन, सारियां दे सिर ते मेहर भरिया हथ रखन, सारियां दे मन दे विच गुरबाणी दे ज्ञान दा प्रकाश करन जी। बेअंत भुल्लां गलतियां दी क्षमा करना जी। वाहिगुरु जी का खालसा, वाहिगुरु जी की फतेह।